ਗੁਰੂ ਪੰਦਰ ਲਿਖ ਪਾਇਆ ਹੈ, ਧਰਮ ਇਸ ਲਈ ਹੈ ਕਿ ਸਾਡਾ ਅਹੰਕਾਰ ਸੜ ਜਾਏ, ਮਰ ਜਾਏ। ਪਰ ਅਸੀਂ ਲੋਕ ਇੰਨੇ ਅਗਿਆਨੀ ਹਾਂ ਕਿ ਧਰਮ ਨਾਲ ਹੀ ਆਪਣਾ ਅਹੰਕਾਰ ਜੋੜ ਲੈਂਦੇ ਹਾਂ ਕਿ ਮੇਰਾ ਧਰਮ, ਮੇਰਾ ਗੁਰੂ। ਪਹਿਲਾਂ ਆਪਣੇ ਰਿਸ਼ਤਿਆਂ, ਪੈਸੇ ਅਤੇ ਜ਼ਮੀਨ ਪਿੱਛੇ ਲੋਕਾਂ ਨਾਲ ਲੜਦੇ ਸੀ, ਹੁਣ ਧਰਮ ਪਿੱਛੇ ਲੜਦੇ ਹਾਂ। ਅਹੰਕਾਰ ਨੇ ਧਾਰਮਿਕ ਕੱਪੜੇ ਪਾ ਲਏ ਹਨ, ਬਦਲਿਆ ਕੁਝ ਵੀ ਨਹੀਂ। ਇਹ ਗੱਲ ਬਿਲਕੁਲ ਠੀਕ ਹੈ ਕਿ ਧਰਮ ਦੁਆਰਾ ਵੀ ਜ਼ਿਆਦਾਤਰ ਅਹੰਕਾਰ ਹੀ ਵੱਧਦਾ ਹੈ। ਪਰ ਜਿਨ੍ਹਾਂ ਨੇ ਧਾਰਮਿਕ ਕੱਪੜੇ ਪਾਏ ਨਹੀਂ ਹਨ, ਜਿਹੜੇ ਕਹਿੰਦੇ ਹਨ ਅਸੀਂ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਹਾਂ, ਉਹਨਾਂ ਦੇ ਅੰਦਰ ਵੀ ਵੈਸਾ ਹੀ ਅਹੰਕਾਰ ਹੁੰਦਾ ਹੈ ਜੈਸਾ ਧਾਰਮਿਕ ਦੇ ਅੰਦਰ ਹੈ। ਉਹ ਸੋਚਦੇ ਹਨ ਵੀ ਅਸੀਂ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਹੈ ਕੋਈ ਸਾਡੇ ਵਰਗਾ, ਉਹਨਾਂ ਦਾ ਇਹੋ ਹੀ ਧਰਮ ਬਣ ਜਾਂਦਾ ਹੈ, ਅਸੀਂ ਕਿਸੇ ਨੂੰ ਨਹੀਂ ਮੰਨਦੇ, ਕਿਸੇ ਵੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਇਹ ਵੀ ਤਾਂ ਬਣ ਹੀ ਸਕਦਾ ਹੈ ਨਾ ਅਹੰਕਾਰ ਦਾ ਵਿਸ਼ਾ। ਤੇ ਪਹਿਲਾਂ ਤੁਸੀਂ ਅਹੰਕਾਰ ਨੂੰ ਸਮਝੋ ਵੀ ਅਹੰਕਾਰ ਦੇ ਵੱਖ-ਵੱਖ ਪਹਿਲੂ ਹਨ। ਇਉਂ ਕਹਿ ਲਓ ਵੀ ਪਰਦੇ ਦੇ ਉੱਪਰ ਪਰਦਾ ਹੈ, ਪਰਤ ਦੇ ਉੱਪਰ ਪਰਤ ਹੈ, ਇਹੋ ਹੀ ਮੈਲ ਹੈ। ਤੇ ਜਿਹੜੀ ਮੈਲ ਹੈ ਨਾ, ਇਹ ਚੜ੍ਹਦੀ ਕਿਵੇਂ ਹੈ? ਸੰਸਾਰ ਦੀ ਵਿਚਾਰਧਾਰਾ ਦੁਆਰਾ। ਸਮਾਜ ਦੀ ਵਿਚਾਰਧਾਰਾ ਦੁਆਰਾ, ਧਰਮ ਦੀ ਵਿਚਾਰਧਾਰਾ ਦੁਆਰਾ, ਕੁਛ ਤੁਹਾਡੀ ਆਪਣੀ ਵਿਚਾਰਧਾਰਾ ਦੁਆਰਾ ਇਹ ਮੈਲ ਚੜ੍ਹਦੀ ਹੈ, ਮੈਲ ਲੱਗਦੀ ਹੈ। ਇਹਨੂੰ ਹੀ ਕੂੜ ਦੀ ਕੰਧ ਕਿਹਾ ਹੈ। ਝੂਠੀ ਕੰਧ ਭਾਵ ਕਿ ਸ਼ਬਦਾਂ ਦੀ ਕੰਧ, ਸ਼ਬਦਾਂ ਦੀ ਦੀਵਾਰ, ਵਿਚਾਰਾਂ ਦੀ ਦੀਵਾਰ, ਵਿਚਾਰਾਂ ਦਾ ਪਰਦਾ ਹੈ ਤੇ ਝੂਠ ਹੀ ਨਾ। ਝੂਠ ਨੂੰ ਸੋਚ ਸੋਚ ਕੇ ਉਹ ਪਰਦਾ ਬਣ ਗਿਆ। ਫਿਰ ਪਰਦੇ ਦੇ ਉੱਪਰ ਪਰਦਾ ਬਣਿਆ ਹੋਇਆ। ਬਹੁਤ ਪਰਦੇ ਹਨ ਹੰਕਾਰ ਦੇ, ਇੱਕ ਪਰਦਾ ਨਹੀਂ ਹੈ। ਇਹ ਐਵੇਂ ਹੀ ਹੈ ਜਿਵੇਂ ਇੱਕ ਸ਼ੁੱਧ, ਸਾਫ, ਸਵੱਛ ਹੀਰਾ ਆਕਾਸ਼ 'ਚੋਂ ਆਇਆ ਹੋਵੇ ਧਰਤੀ 'ਤੇ, ਤੇ ਉਹਦੇ ਉੱਪਰ ਬਹੁਤ ਸਾਰੀ ਗੰਦਗੀ, ਮਿੱਟੀ, ਗਾਰਾ ਚਿਪਕ ਜਾਵੇ। ਹੌਲੀ ਹੌਲੀ ਚਿਪਕਦਾ ਚਿਪਕਦਾ ਬਹੁਤ ਚਿਪਕ ਜਾਵੇ, ਫਿਰ ਉਹ ਸਖਤ ਹੋ ਜਾਵੇ, ਪੱਕ ਜਾਵੇ। ਪਰ ਹੀਰਾ ਤੇ ਹੈ ਨਾ ਵਿੱਚ, ਨਿਰਮਲ ਬੂੰਦ ਆਕਾਸ਼ ਕੀ।
ਪਰ ਗਈ ਭੂਮ ਬੇਕਾਰ। ਬਿਲਕੁਲ ਨਿਰਮਲ ਸੀ, ਭੂਮੀ 'ਚ ਪੈ ਗਈ, ਪਰ ਅੰਦਰੋਂ ਤੇ ਉਹ ਹੈ ਹੀ ਨਾ। ਬਾਹਰ ਬਹੁਤ ਕੁਛ ਲੱਗ ਗਿਆ ਹੈ, ਜੰਮ ਗਿਆ ਹੈ, ਬਹੁਤ ਕੁਛ ਪਕੜ ਲਿਆ ਹੈ। ਤੇ ਸੰਸਾਰ ਦਾ ਜੋ ਕੁਛ ਵੀ ਪਕੜਿਆ ਹੋਇਆ ਹੈ ਉਹ ਹੀ ਹੰਕਾਰ ਦੀ ਪਰਤ ਹੈ। ਤੇ ਪਕੜਿਆ ਕਿਉਂ ਹੈ? ਮੈਂ ਕਰਕੇ, ਹਉ ਕਰਕੇ। ਮੈਂ ਹਾਂ, ਪਹਿਲਾਂ ਤੁਹਾਨੂੰ ਸਿਖਾਇਆ ਜਾਂਦਾ ਹੈ, ਬੱਚੇ ਨੂੰ ਦੁਹਰਾਇਆ ਜਾਂਦਾ ਹੈ ਵੀ ਤੂੰ ਕੌਣ ਹੈ, ਤੂੰ ਕਿਹਦਾ ਪੁੱਤਰ ਹੈ, ਤੂੰ ਕਿਹੜੀ ਕੌਮ ਦੇ ਵਿੱਚ ਪੈਦਾ ਹੋਇਆ ਹੈ, ਤੇਰੀ ਜਾਤੀ ਕਿੱਡੀ ਉੱਚੀ ਹੈ, ਧਰਮ ਕਿੱਡਾ ਮਹਾਨ ਹੈ। ਉਹਨੂੰ ਵਾਰ-ਵਾਰ ਰਿਪੀਟ ਕੀਤਾ ਜਾਂਦਾ ਹੈ, ਸਮਝਾਇਆ ਜਾਂਦਾ ਹੈ। ਉਹ ਫਿਰ ਧੀਰੇ ਧੀਰੇ ਇਹ ਗੱਲਾਂ ਸਮਝ ਜਾਂਦਾ ਹੈ ਅਤੇ ਆਪਣੇ ਆਪ ਨੂੰ ਉਹ ਸਮਝਣ ਲੱਗ ਜਾਂਦਾ ਹੈ ਜੋ ਲੋਕਾਂ ਨੇ ਸਿਖਾਇਆ ਸੀ। ਅਤੇ ਵੈਸਾ ਹੀ ਉਹ ਬਾਹਰੋਂ ਵੀ ਦਿਖਣਾ ਚਾਹੁੰਦਾ ਹੈ। ਅਗਰ ਹੰਕਾਰ ਵਧਾਉਂਦਾ ਹੋਵੇ ਤਾਂ ਜ਼ਿਆਦਾ ਦਿਖਦਾ ਹੈ ਬਾਹਰ। ਤੋ ਦਿਖਾਉਂਦਾ ਹੈ, ਉਹ ਹੋਰ ਸੁੰਦਰ ਬਣਨ ਦੀ ਕੋਸ਼ਿਸ਼ ਕਰਦਾ ਹੈ ਬਾਹਰ। ਤੇ ਜੋ ਵੀ ਸਿਖਾਇਆ ਹੈ ਸਮਾਜ ਨੇ, ਪੜ੍ਹਾਇਆ ਹੈ ਸਮਾਜ ਨੇ, ਉਹ ਪਰਤ ਦਰ ਪਰਤ ਤੁਹਾਡੇ ਮਨ ਦੇ ਉੱਤੇ ਚੜ੍ਹ ਗਈ ਹੈ। ਤੁਹਾਡੇ ਉੱਪਰ ਬਹੁਤ ਸਾਰੇ ਲੇਬਲ ਲਾ ਦਿੱਤੇ ਹਨ ਸਮਾਜ ਨੇ। ਕਿਸੇ ਨੇ ਪੇ ਦਾ ਲੇਬਲ ਲਾ ਤਾ, ਕਿਸੇ ਨੇ ਪੁੱਤਰ ਦਾ ਲੇਬਲ ਲਾ ਤਾ, ਕਿਸੇ ਨੇ ਪਤੀ ਦਾ ਲੇਬਲ ਲਾ ਤਾ, ਕਿਸੇ ਨੇ ਪਤਨੀ ਦਾ ਲੇਬਲ ਲਾ ਤਾ, ਕਿਸੇ ਨੇ ਮਾਂ ਦਾ ਲੇਬਲ ਲਾ ਤਾ, ਕਿਸੇ ਨੇ ਧੀ ਦਾ। ਇਹ ਸਭ ਲੇਬਲ ਹਨ। ਇਹ ਤੁਸੀਂ ਅੱਠੇ ਪਹਿਰ ਯਾਦ ਰੱਖਦੇ ਹੋ। ਨਾ ਯਾਦ ਰੱਖੋ ਤੇ ਅਗਲੇ ਯਾਦ ਦਿਵਾਉਂਦੇ ਹਨ, ਜਿਨ੍ਹਾਂ ਨੇ ਤੁਹਾਡੇ ਉੱਪਰ ਲੇਬਲ ਲਾਏ ਹਨ ਵੀ ਤੂੰ ਪਿਤਾ ਹੈ ਤੇ ਯਾਦ ਰੱਖ ਆਪਣਾ ਕਰਤੱਵ ਨਿਭਾਉਣਾ ਹੈ। ਤੂੰ ਪਤੀ ਹੈ ਤੇ ਯਾਦ ਰੱਖ, ਬੇਟਾ ਹੈ ਤੇ ਖਿਆਲ ਰੱਖ। ਉਹ ਤੁਹਾਨੂੰ ਯਾਦ ਦਿਵਾਉਂਦੇ ਰਹਿੰਦੇ ਹਨ। ਫਿਰ ਧਾਰਮਿਕ ਲੋਕ ਆਪਣਾ ਲੈਵਲ ਲਾ ਦਿੰਦੇ ਹਨ ਉੱਤੇ। ਪਹਿਲਾਂ ਹੀ ਬਥੇਰੇ ਲੱਗੇ ਹਨ। ਤੁਸੀਂ ਕਾਰੋਬਾਰੀ ਹੋ, ਤੁਸੀਂ ਹੋਰ ਕੋਈ ਇੰਜੀਨੀਅਰ ਹੋ, ਡਾਕਟਰ ਹੋ, ਮਾਸਟਰ ਹੋ, ਕਿੰਨੇ ਲੈਵਲ ਹਨ। ਕੋਈ ਦੁਕਾਨਦਾਰ ਹੈ, ਕੋਈ ਬਿਜ਼ਨਸਮੈਨ ਹੈ। ਸਾਰਿਆਂ ਦੇ ਲਹਿਦਾ ਜਾਤੀ ਪਾਤੀ ਦੇ ਲੈਵਲ ਲੱਗੇ ਹੋਏ। ਫਿਰ ਇੱਕ ਉੱਤੇ ਧਰਮ ਦਾ ਲੈਵਲ ਲੱਗ ਜਾਂਦਾ ਹੈ, ਹੋਰ ਇੱਕ ਨੰਬਰ ਪਲੇਟ ਵੀ ਇਹ ਧਰਮ ਦਾ ਹੈ। ਫਿਰ ਤੁਸੀਂ ਉਹਨੂੰ ਵੀ ਪੂਰੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਵਧੀਆ ਚਮਕਾਉਂਦੇ ਹੋ ਉਸ ਲੈਵਲ ਨੂੰ ਵੀ ਦੇਖੋ ਮੈਂ ਕਿੱਡਾ ਵੱਡਾ ਧਾਰਮਿਕ। ਤਾਂ ਇੱਦਾਂ ਉੱਪਰ ਹੋਰ ਲੈਵਲ ਦੇ ਲੈਵਲ 'ਤੇ ਲੈਵਲ ਲੱਗਦੇ ਜਾਂਦੇ ਹਨ, ਪਰਤ ਦਰ ਪਰਤ ਉੱਤੇ ਚੜ੍ਹਦੇ ਜਾਂਦੇ। ਤੇ ਪਰਤਾਂ ਲਾਉਣ ਵਾਸਤੇ ਇਹ ਜਿਹੜੀਆਂ ਉੱਪਰੋਂ ਪਰਤਾਂ ਚੜ੍ਹ ਗਈਆਂ ਹਨ ਮੈਲ ਦੀਆਂ, ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਕਿਆ ਹੈ ਨਾ, ਬਹੁਤ ਮੈਲ ਲੱਗ ਗਈ, ਉੱਪਰ ਪਰਤ ਦਰ ਪਰਤ ਚੜ੍ਹ ਗਈ। ਅੰਦਰ ਤੇ ਜੋਤ ਜਗਦੀ ਸੀ, ਅੰਦਰ ਤੇ ਸਵੱਛ ਹੀ ਹੈ। ਕਿਹਾ ਵੀ ਹੈ ਨਾ, ਮਨ ਤੂੰ ਜੋਤ ਸਰੂਪ ਹੈ, ਬੜਾ ਸਾਫ਼ ਹੈ, ਸੁਥਰਾ ਹੈ ਅੰਦਰ, ਪਰ ਬਾਹਰ
ਜਿਵੇਂ ਕੋਈ ਜੋਤ ਜਗਦੀ ਹੋਵੇ ਤੇ ਉਹਦਾ ਸੀਸਾ ਦੇ ਉੱਪਰ ਬਹੁਤ ਸਾਰੀ ਕਾਲਖ ਲੱਗ ਜਾਵੇ ਤਾਂ ਉਹਦਾ ਪ੍ਰਕਾਸ਼ ਬਾਹਰ ਨਹੀਂ ਪੈਂਦਾ। ਇੱਦਾਂ ਹੀ ਤੁਹਾਡੇ ਅੰਤਚਕਰਨ ਜੋਤ ਜਗ ਰਹੀ ਹੈ, ਉਹਦੇ ਚਾਰ ਚੁਫੇਰੇ ਵਿਚਾਰਾਂ ਦੀ ਮੈਲ ਇਕੱਠੀ ਹੋ, ਪੜਦੇ ਦਰ ਪੜਦੇ ਬਣ ਗਏ। ਤੁਸੀਂ ਉਹਦੇ ਦੁਆਰਾ ਬਾਹਰ ਦੇਖਦੇ ਹੋ, ਤੇ ਜੋ ਵੀ ਦੇਖਦੇ ਹੋ ਸੋਚਦੇ ਹੋ ਠੀਕ ਨਹੀਂ ਹੈ, ਉਹ ਸਾਫ਼ ਨਹੀਂ, ਉਹ ਝੂਠ ਹੈ। ਕਿਉਂਕਿ ਝੂਠ ਨੂੰ ਦੇਖ ਦੇਖ ਕੇ ਹੀ ਉਹ ਮੈਲ ਇਕੱਠੀ ਹੋਈ, ਤੇ ਵਾਸਤਵਿਕ ਨਹੀਂ ਹੈ। ਫਿਰ ਇਹਨੂੰ ਮੈਲ ਨੂੰ ਅਗਰ ਉਤਾਰਨਾ ਹੋਵੇ ਤੇ ਫਿਰ ਦੋ ਢੰਗ ਦੀ ਤਿਆਰੀ ਹੁੰਦੀ ਹੈ। ਪਹਿਲਾਂ ਤਾਂ ਕੋਈ ਆਪਣੇ ਆਪ ਤਪਣ ਨੂੰ ਤਿਆਰ ਹੋ, ਤਾਂ ਕਿ ਉਹ ਜਿਹੜੀ ਬੂੰਦ ਪਈ ਹੋਈ ਹੈ ਅੰਦਰ, ਉਹ ਭਾਫ ਬਣ ਸਕੇ। ਇੱਥੋਂ ਹੀ ਤਪ ਪੈਦਾ ਹੋਇਆ ਵੀ ਉਹ ਗੰਦਗੀ ਥੱਲੇ ਰਹਿ ਜੂਗੀ, ਉਹ ਭਾਫ ਬਣ ਕੇ ਆਕਾਸ਼ ਚ ਉੱਡ ਜੂ, ਨਿਰਵਾਣ ਹੋ ਜੂ, ਤੇ ਤਪੱਸਿਆ ਪੈਦਾ ਹੋਈ। ਆਪਣੇ ਆਪ ਸਾਧੋ, ਤਪ ਕਰੋ, ਧਿਆਨ ਕਰੋ, ਹੌਲੀ ਹੌਲੀ ਇਹ ਬਾਹਰਲੀਆਂ ਪਰਤਾਂ ਨੂੰ ਤੋੜਦੇ ਜਾਓ, ਛੱਡਦੇ ਜਾਓ, ਹਟਾਉਂਦੇ ਜਾਓ, ਪਾਸੇ ਕਰਦੇ ਜਾਓ, ਤੇ ਹੌਲੀ ਹੌਲੀ ਹਟਣਗੀਆਂ। ਬਹੁਤ ਸਮਾਂ ਵੀ ਲੱਗ ਸਕਦਾ ਹੈ। ਅਗਰ ਕੋਈ ਸੰਸਾਰ ਦੇ ਵਿੱਚ ਰਹਿ ਰਿਹਾ ਹੈ ਜ਼ਿਆਦਾ ਸਮਾਂ ਲੱਗੇਗਾ, ਕਿਉਂਕਿ ਪਰਤਾਂ ਲੋਕ ਹਟਾਉਣ ਨਹੀਂ ਦਿੰਦੇ ਹਨ। ਧਾਰਮਿਕ ਪਰਤਾਂ ਹਟਾਉਣੀਆਂ ਔਖੀਆਂ ਹਨ, ਫਿਰ ਸੰਸਾਰਿਕ ਹੋਰ ਵੀ ਜ਼ਿਆਦਾ ਕਠਿਨ ਹੋਣਗੀਆਂ, ਕਿਉਂਕਿ ਤੁਸੀਂ ਸੰਸਾਰ ਦੇ ਵਿੱਚ ਰਹਿ ਰਹੇ ਹੋ, ਤੇ ਸੰਸਾਰ ਦੇ ਵਿੱਚ ਰਹਿ ਕੇ ਤੁਸੀਂ ਸੰਸਾਰੀਆਂ ਵਾਲੇ ਫਰਜ਼ ਨਾ ਨਿਭਾਓ, ਤੁਹਾਨੂੰ ਕਠਿਨਾਈ ਹੋਵੇਗੀ। ਤੇ ਤੁਹਾਨੂੰ ਸੰਸਾਰੀ ਲੋਕ ਉਹ ਜਿਹੜੀਆਂ ਪਰਤਾਂ ਹਨ, ਉਹ ਜਿਹੜੇ ਪਰਦੇ ਹਨ, ਉਹ ਲੈਵਲ ਹਨ, ਉਹ ਛੱਡਣ ਨਹੀਂ ਦੇਵੇਗੀ। ਤੋ ਤੁਹਾਨੂੰ ਸਾਰਾ ਕੁਝ ਕਰਨਾ ਹੀ ਪਵੇਗਾ ਜੋ ਤੁਸੀਂ ਕਰਦੇ ਆਏ ਹੋ, ਕਿਉਂਕਿ ਉਹਦੇ ਆਦੀ ਹੋ ਚੁੱਕੇ ਹੈ। ਤੁਸੀਂ ਵੀ ਆਦੀ ਹੋ ਗਏ ਹੋ, ਆਦਤ ਬਣ ਗਈ ਹੈ ਪਰਿਵਾਰ 'ਚ ਰਹਿਣ ਦੀ, ਸਮਾਜ 'ਚ ਰਹਿਣ ਦੀ। ਉਹ ਸਾਰੀਆਂ ਹੀ ਨੰਬਰ ਪਲੇਟਾਂ ਨਾਲ ਰਹਿਣ ਦੀ। ਕੋਈ ਡੈਡੀ ਕਵੇ, ਕੋਈ ਪਾਪਾ ਕਵੇ, ਕੋਈ ਪਿਤਾ ਕਵੇ, ਕੋਈ ਪੁੱਤਰ ਕਵੇ, ਕੋਈ ਪਤਨੀ ਕਵੇ, ਕੋਈ ਪਤੀ ਕਵੇ, ਕੁਛ ਨਾ ਕੁਛ ਕਵੇ। ਫਿਰ ਮਨ ਉਸ ਸਮਾਜ ਦੇ ਵਿੱਚ ਰਹਿਣ ਦਾ ਆਦੀ ਹੋ ਗਿਆ, ਆਦਤ ਬਣ ਗਈ, ਤੁਸੀਂ ਜੁੜ ਗਏ। ਤੇ ਇਹ ਤੇ ਪਰਤ ਦਰ ਪਰਤ ਬਹੁਤ ਚੜ੍ਹ ਗਈਆਂ। ਮਨ ਨਿਕਲਦਾ ਨਹੀਂ ਹੈ, ਇੱਕ ਪਾਸਿਓਂ ਕੱਢੋ ਤੁਸੀਂ, ਦੂਸਰੇ ਪਾਸੇ ਫਸਿਆ ਹੋਵੇਗਾ। ਇਸੇ ਕਰਕੇ ਖੇਲ ਕਠਨ ਕਿਹਾ ਹੈ। ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣ। ਕਠਨ ਹੈ ਖੇਲ ਹੀ, ਫਿਰ ਕਠਨ ਕਿਉਂ ਹੈ? ਕਠਨ ਇਸ ਕਰਕੇ ਹੀ ਹੈ ਕਿ ਖੇਲ ਇਹ ਬਾਜੀ ਲਾਉਣ ਵਰਗਾ ਹੈ। ਜਿਵੇਂ ਜੂਏ ਦੀ ਬਾਜੀ ਨਹੀਂ ਲਾਉਂਦੇ ਹਨ ਲੋਕ, ਸਭ ਕੁਛ ਦਾ 'ਤੇ ਲਾ ਕੇ ਫਿਰ ਖੇਡਣਾ ਹੈ। ਇਸ ਕਰਕੇ ਇਹ ਖੇਲ ਕਠਨ ਹੈ। ਸਭ ਕੁਛ ਦਾ 'ਤੇ ਲਾ ਦੇਣ,
ਤੇ ਦਾਅ 'ਤੇ ਲਾਉਣ ਵਾਸਤੇ ਤਿਆਰੀ ਕਰਨੀ। ਕਈਆਂ ਦੀ ਤਿਆਰੀ ਹੋਵੇਗੀ ਸਭ ਕੁਛ ਦਾਅ 'ਤੇ ਲਾਉਣ ਵਾਸਤੇ, ਵੀ ਸਭ ਕੁਛ ਛੱਡਣਾ ਹੈ, ਸਾਰੇ ਲੇਵਲ ਛੱਡਣੇ ਹਨ, ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਹਨ ਉਹ ਛੱਡਣੀਆਂ ਹਨ ਸੰਸਾਰ ਦੀਆਂ ਦਿੱਤੀਆਂ ਹੋਈਆਂ, ਸਾਰੇ ਸੰਸਕਾਰ ਛੱਡਣੇ ਹਨ। ਤੇ ਸਭ ਕੁਛ ਛੱਡਣਾ ਹੈ, ਪਰਤ ਦਰ ਪਰਤ ਲਾਉਣਾ ਹੈ, ਉਘੇੜਨਾ ਹੈ, ਆਪਣੇ ਆਪ ਨੂੰ ਨਗਨ ਕਰਨਾ ਹੈ, ਦਿਗੰਬਰ ਹੋਣਾ ਹੈ। ਇਹੋ ਹੀ ਮੈਂ ਕਿਹਾ ਸੀ ਨਾ ਵੀ ਵੈਸੇ ਹੀ ਹੋਣਾ ਹੈ ਜੈਸੇ ਤੁਸੀਂ ਆਏ ਸੀ, ਬਿਲਕੁਲ ਨਿਰਮਲ ਸਵੱਛ। ਪਰ ਜੋ ਉੱਤੇ ਪਰਤਾਂ ਲੱਗੀਆਂ ਹੋਈਆਂ ਹਨ ਇਹਨਾਂ ਨੂੰ ਹਟਾਉਣਾ ਹੈ। ਤੇ ਕੁਛ ਪਰਤਾਂ ਜਿਹੜੀਆਂ ਹਨ ਉਹ ਤੇ ਤੁਸੀਂ ਖੁਦ ਹਟਾ ਸਕਦੇ ਹੋ, ਜਿਹੜੀਆਂ ਉਪਰੀਆਂ ਉਪਰੀਆਂ ਹਨ ਉਹ ਵੀ ਹਟਾਉਣੀਆਂ ਔਖੀਆਂ ਹਨ। ਉਪਰੀਆਂ ਉਪਰੀਆਂ ਵੀ ਪਰਤਾਂ ਹਟਾਉਣੀਆਂ ਔਖੀਆਂ ਹਨ। ਚਲੋ ਧਰਮ ਦੀ ਪਰਤ ਹੈ ਜਿਵੇਂ ਤੁਸੀਂ ਕਿਹਾ, ਇਹ ਤਾਂ ਬਹੁਤ ਉੱਪਰ ਹੀ ਹੈ, ਹਟਾ ਦਿਓ, ਛੱਡ ਦਿਓ ਧਰਮ ਕਰਮ। ਫਿਰ ਸਮਾਜ ਦੀਆਂ ਪਰਤਾਂ ਹਨ ਜਿਹੜੀਆਂ ਤੁਹਾਨੂੰ ਅਹੁਦੇ ਦਿੱਤੇ ਹੋਏ ਹਨ, ਡਿਗਰੀਆਂ ਦਿੱਤੀਆਂ ਹੋਈਆਂ, ਉਪਾਧੀਆਂ ਦਿੱਤੀਆਂ ਹੋਈਆਂ, ਉਹ ਵੀ ਹੌਲੀ ਹੌਲੀ ਸਾਰੀਆਂ ਤਿਆਗਣੀਆਂ ਹਨ। ਸਿਰਫ ਉੱਪਰੋਂ ਉੱਪਰੋਂ ਨਹੀਂ, ਅੰਦਰੋਂ ਗਹਿਰਾਈ ਚੋਂ। ਜਦੋਂ ਕਬੀਰ ਜੀ ਕਹਿ ਰਹੇ ਸਨ ਨਾ, ਹਮਰਾ ਕੋ ਨਾਹੀ ਹਮ ਕਿਸਹੂ ਕੇ ਨਾਹੀ, ਜਿਨੇ ਰਚਨ ਰਚਾਇਆ ਤਿਸੀ ਹੀ ਮਾਹਿ ਸਮਾਏ। ਤੁਸੀਂ ਇਉਂ ਨਾ ਸੋਚੋ ਵੀ ਉੱਪਰੋਂ ਉੱਪਰੋਂ ਕਹਿ ਰਹੇ ਸੀ, ਉਹ ਅੰਦਰੋਂ ਜਾਣਦੇ ਸੀ ਵੀ ਇੱਥੇ ਆਪਣਾ ਪਰਾਇਆ ਕੋਈ ਨਹੀਂ ਹੈ, ਇੱਥੇ ਸਭ ਇੱਕੋ ਦੇ ਵਿੱਚ ਖੇਲ ਚੱਲ ਰਿਹਾ ਹੈ। ਤੇ ਇਹ ਸੰਬੰਧ ਸਭ ਬਾਹਰ ਦੇ ਹਨ, ਝੂਠੇ ਹਨ, ਸਮਾਜਿਕ ਹਨ, ਸਮਾਜ ਦੇ ਦਿੱਤੇ ਹੋਏ ਹਨ ਇਹ ਸੰਬੰਧ। ਆ ਦੇਖੋ ਪਸ਼ੂਆਂ 'ਚ ਕੋਈ ਸੰਬੰਧ ਨਹੀਂ ਹੈ, ਕੋਈ ਰਿਸ਼ਤੇਦਾਰੀਆਂ ਨਹੀਂ, ਇਹ ਵੀ ਜੀ ਰਹੇ ਹਨ। ਤੇ ਆਦਿ ਪੁਰਖ ਜਦੋਂ ਪੁਰਾਤਨ ਸਮੇਂ ਦੇ ਵਿੱਚ ਸਮਝ ਲਓ ਸਤਯੁਗ ਦੇ ਵਿੱਚ ਕਹਿੰਦੇ ਹਨ ਵੀ ਬਹੁਤ ਸ਼ਾਂਤ ਸੀ ਮਨੁੱਖ। ਉਹ ਇਸੇ ਕਾਰਨ ਹੀ ਹੋਵੇਗਾ ਨਾ ਕਿ ਬਹੁਤੇ ਸੰਬੰਧ ਨਹੀਂ ਸੀ। ਤੇ ਸੰਬੰਧ ਬਣ ਗਏ, ਸੰਬੰਧਾਂ ਦੇ ਜਾਲ ਦੇ ਵਿੱਚ ਫਸ ਗਏ। ਉਹ ਫਿਰ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਉਹ ਜੋ ਸਮਾਜ ਨੇ ਤੁਹਾਨੂੰ ਸਿਖਾ ਦਿੱਤਾ ਹੈ, ਰੁਤਬਾ ਦੇ ਦਿੱਤਾ ਹੈ, ਉਹ ਤੁਹਾਨੂੰ ਨਿਭਾਉਣਾ ਹੀ ਪੈਂਦਾ ਹੈ। ਇਹ ਸਭ ਸਮਾਜਿਕ ਹਨ, ਇਹ ਸਭ ਸੰਸਾਰਿਕ ਹਨ। ਜੋ ਵੀ ਤੁਹਾਨੂੰ ਸਿਖਾਇਆ ਗਿਆ, ਸਿੱਖਿਆ ਹੈ ਤੁਸੀਂ ਆਪਣੀ ਹੋਂਦ ਵਧਾਉਣ ਵਾਸਤੇ। ਫਿਰ ਜਿੰਨਾ ਜ਼ਿਆਦਾ ਸੰਬੰਧ ਹੋਣਗੇ ਓਨੇ ਹੀ ਆਪਣੀ ਹੋਂਦ ਵੱਡੀ ਲੱਗਦੀ ਹੈ ਆਦਮੀ। ਜ਼ਿਆਦਾ ਰਿਸ਼ਤੇਦਾਰ ਹੋਣ, ਜ਼ਿਆਦਾ ਦੋਸਤ ਕਈ ਬਣਾ ਲੈਂਦੇ ਆ, ਕਈ ਹੋਰ ਅੱਗੇ ਚਲੇ ਜਾਂਦੇ ਹਨ ਰਾਜਨੀਤੀ 'ਚ। ਤੇ ਉਹਦੀ ਓਡੀ ਵੱਡੀ ਹੌਂ ਹੋ ਜਾਂਦੀ ਹੋਂਦ। ਦੇਖੋ ਮੈਂ ਕਿੱਡਾ ਵੱਡਾ, ਕਿੰਨੀ ਦੁਨੀਆ ਮੰਨਦੀ, ਕਿੰਨੇ ਮੇਰੇ ਮਿੱਤਰ, ਕਿੰਨੇ ਮੇਰੇ ਰਿਸ਼ਤੇਦਾਰ। ਉਹ ਮੇਰੇ ਦੇ ਚਾਰ ਛਪੇਰੇ ਲੱਗ ਜਾਂਦੇ ਆ, ਚਿਪਕ ਜਾਂਦੇ ਆ ਉਹ ਲੈਵਲ ਦੇ।
ਤੇ ਜਦੋਂ ਕੋਈ ਕਹਿ ਦੇਵੇ ਮੇਰਾ ਕੋਈ ਵੀ ਨਹੀਂ, ਤਾਂ ਉਦੋਂ ਡਰ ਲੱਗਦਾ ਹੈ ਵੀ ਅਗਰ ਕੋਈ ਨਾ ਹੋਇਆ ਤੇ ਫਿਰ ਤੇ ਮਾਰੇ ਗਏ। ਇਸ ਕਰਕੇ ਆਦਮੀ ਇਕੱਲਾ ਹੋਣ ਤੋਂ ਵੀ ਡਰਦਾ ਹੈ, ਤੇ ਕੋਈ ਨਾ ਕੋਈ ਤੇ ਹੋਵੇ ਨਾ ਦੇਖਭਾਲ ਕਰਨ, ਕੋਈ ਵੀ ਨਾ ਹੋਵੇ। ਤੇ ਇਸੇ ਕਾਰਨ ਹੀ ਆਦਮੀ ਸਮਾਜ ਨੂੰ ਨਹੀਂ ਛੱਡਣਾ ਚਾਹੁੰਦਾ ਹੈ, ਡਰਦਾ ਹੈ ਕਿ ਕੋਈ ਵੀ ਨਾ ਹੋਇਆ ਤੇ ਫਿਰ ਇਹ ਬਾਜੀ ਇਸੇ ਕਰਕੇ ਔਖੀ ਹੈ ਨਾ। ਇੱਕ ਪਾਸੇ ਝੂਠ ਹੈ, ਉਹਨੂੰ ਸਾਰੇ ਨੂੰ ਛੱਡਣਾ ਹੈ। ਸੱਚ ਜੇ ਮਿਲਿਆ ਨਹੀਂ, ਸੱਚ ਦਾ ਪਤਾ ਵੀ ਨਹੀਂ ਲੱਗਿਆ ਹੈ, ਖਿਆਲ ਵਿੱਚ ਵੀ ਨਹੀਂ ਆਉਂਦਾ। ਦ੍ਰਿਸ਼ ਨੂੰ ਛੱਡਣਾ ਹੈ, ਗਿਆਤ ਨੂੰ ਛੱਡਣਾ ਹੈ, ਅਗਿਆਤ ਵੱਲ ਨੂੰ ਜਾਣਾ ਹੈ। ਹੁਣ ਅਗਿਆਤ ਦਾ ਪਤਾ ਹੀ ਨਹੀਂ, ਪਰ ਗਿਆਤ ਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ। ਜਿਹੜਾ ਜਾਣਿਆ ਪਹਿਚਾਣਿਆ ਤੁਸੀਂ ਰਹੇ ਹੋ, ਵਿੱਚ ਰਹਿ ਰਹੇ ਹੋ, ਉਹ ਛੱਡਣਾ। ਤੇ ਅਗਿਆਤ ਜਿਹੜਾ ਹੈ ਉਹਦਾ ਤਾਂ ਤੁਹਾਨੂੰ ਪਤਾ ਨਹੀਂ। ਤੇ ਝੂਠ 'ਚ ਤੁਸੀਂ ਰਹਿ ਰਹੇ ਹੋ, ਝੂਠ ਹੀ ਤੁਸੀਂ ਜਾਣਿਆ ਹੈ। ਇਹਦੇ ਨਾਲ ਜਾਣ ਪਹਿਚਾਣ ਹੋ ਗਈ, ਇਹ ਛੱਡਣਾ ਔਖਾ ਹੈ। ਤੇ ਜਿਨ੍ਹਾਂ ਨੇ ਟੋਟਲੀ ਹੀ ਛੱਡ ਦਿੱਤਾ ਸੀ, ਉਹ ਫਿਰ ਸੱਚ ਵੱਲ ਨੂੰ ਤੁਰ ਪਏ ਸੀ। ਤੇ ਐਸਾ ਵੀ ਨਹੀਂ ਹੈ ਕਿ ਜ਼ਰੂਰੀ ਹੈ ਸੰਸਾਰ ਤੋਂ ਬਾਹਰ ਹੋਣਾ। ਬਾਹਰ ਆ ਕੇ ਵੀ ਕਿਹੜਾ ਬਾਹਰ ਹੁੰਦਾ ਹੈ ਕੋਈ, ਰਹਿਣਾ ਤੇ ਵਿੱਚੇ ਹੀ ਹੈ। ਫਿਰ ਵੀ ਧਿਆਨ ਤੇ ਹਟਾਉਣਾ ਹੀ ਹੈ ਨਾ, ਧਿਆਨ ਹਟਾਉਣਾ ਹੈ। ਤੇ ਪਰਤਾਂ ਨੂੰ ਜਿਹੜੀਆਂ ਉੱਪਰ ਕੂੜਦੀਆਂ ਪਈਆਂ ਹੋਈਆਂ ਹਨ ਨਾ, ਇਹਨਾਂ ਨੂੰ ਲਾਉਣਾ ਹੈ। ਫਿਰ ਆਪਣੇ ਆਪ ਅਗਰ ਤੁਸੀਂ ਲਾ ਸਕਦੇ ਹੋ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗੂ ਦੇਖੋ, ਉਹਨਾਂ ਨੇ ਸਾਰੇ ਸੰਬੰਧ ਛੱਡੇ ਹੀ ਸਨ, ਸਾਰੇ ਰਿਸ਼ਤੇਦਾਰ ਛੱਡ ਦਿੱਤੇ, ਕਿੰਨੇ ਸਾਲ ਪੂਰਾ ਹੀ ਤਿਆਗ ਕਰ ਦਿੱਤਾ। ਤੇ ਤਿਆਗ ਕਰਦੇ 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 ਪੂਰਨ ਤਿਆਗ ਹੋ ਗਿਆ, ਸਭ ਕੁਝ ਛੁੱਟ ਗਿਆ। ਤੇ ਇਸ ਢੰਗ ਨਾਲ, ਜਾਂ ਦੂਸਰਾ ਹੈ ਜਿਵੇਂ ਗੁਰੂ ਰਾਮਦਾਸ ਜੀ ਨੇ ਆਪਣਾ ਮਨ ਸਮਰਪਿਤ ਕਰ ਦਿੱਤਾ, ਵੀ ਹੁਣ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਜੀਊਂਗਾ, ਹੁਣ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ, ਹੁਕਮ ਮੰਨਿਆ ਗੁਰੂ ਦਾ, ਮਨ ਦਾ ਨਹੀਂ। ਅਗਰ ਆਦਮੀ ਮਨ ਦਾ ਹੀ ਹੁਕਮ ਮੰਨਦਾ ਰਵੇ ਗੁਰੂ ਕੋਲ ਆ ਕੇ ਵੀ, ਤਾਂ ਵੀ ਉਹ ਮਨ ਦੇ ਹੀ ਪਿੱਛੇ ਚੱਲੇਗਾ ਨਾ, ਤਾਂ ਮਨ ਹੀ ਮਜ਼ਬੂਤ ਹੋਵੇਗਾ। ਖਿਆਲ ਵਿੱਚ ਰੱਖਿਓ, ਮਨ ਦੇ ਪਿੱਛੇ ਲੱਗ ਕੇ ਹੀ ਮਨ ਮਜ਼ਬੂਤ ਹੁੰਦਾ ਹੈ। ਅਗਰ ਉਹ ਧਾਰਮਿਕ ਆਦਤ ਦੁਆਰਾ ਵੀ ਤੁਸੀਂ
ਮਨ ਦੇ ਪਿੱਛੇ ਲੱਗ ਜਾਓ ਤਾਂ ਵੀ ਮਨ ਹੀ ਮਜ਼ਬੂਤ ਹੁੰਦਾ ਹੈ। ਜਿਵੇਂ ਇਹ ਕਿਹਾ ਵੀ ਹੈ ਨਾ, ਧਾਰਮਿਕ ਪਹਿਰਾਵਾ ਪਾ ਲਿਆ ਤੇ ਆਦਮੀ ਧਾਰਮਿਕ ਕਹਾਉਣ ਲੱਗ ਜਾਂਦਾ ਕਿ ਮੈਂ ਬਹੁਤ ਧਾਰਮਿਕ ਹਾਂ। ਦੇਖੋ, ਇਹ ਖਾਸ ਕਿਸਮ ਦਾ ਪਹਿਰਾਵਾ ਪਾ ਲਿਆ ਤੇ ਕਈ ਖਾਲਸਾ ਬਣ ਜਾਂਦੇ ਆ। ਉਹ ਪਹਿਰਾਵਾ ਪਾ ਕੇ ਥੋੜ੍ਹੀ ਬਾਹਰ, ਅੰਦਰੋਂ ਖਾਲਸ ਹੋਣਾ ਹੈ, ਅੰਦਰੋਂ ਸ਼ੁੱਧ ਹੋਣਾ ਹੈ। ਬਾਹਰੋਂ ਸਾਰੇ ਪਹਿਰਾਵੇ ਛੱਡਣੇ ਆ, ਸਾਰੇ ਭੇਖ ਛੱਡਣੇ ਆ, ਸਾਰੇ ਮਜ਼ਹਬ ਛੱਡਣੇ ਆ, ਸਾਰੀਆਂ ਜਾਤੀਆਂ ਪਾਤੀਆਂ ਧਰਮ ਕਰਮ ਆ ਜੋ ਵੀ ਸੰਸਾਰ ਨੇ ਲੈਵਲ ਤੁਹਾਡੇ ਤੇ ਲਾਏ ਹਨ, ਸਭ ਕੁਝ ਛੱਡਣਾ। ਸਭ ਸੰਸਾਰ ਦਾ ਹੀ ਹੈ ਤੇ ਸਭ ਕੁਝ ਛੱਡੇਗਾ। ਤੇ ਜਦੋਂ ਸਤਿਗੁਰੂ ਵੀ ਛਡਾਉਂਦਾ ਹੈ ਨਾ, ਉਦੋਂ ਵੀ ਏਡੀ ਛੇਤੀ ਥੋੜ੍ਹੀ ਛੁੱਟਦੇ ਹਨ, ਤਾਂ ਵੀ ਬਹੁਤ ਵਕਤ ਲੱਗਦਾ ਹੈ। ਆਦਮੀ ਦੀ ਆਦਤਾਂ ਏਡੀ ਛੇਤੀ ਛੁੱਟਦੀਆਂ ਥੋੜ੍ਹੀ ਹਨ। ਜਿਹੜੇ ਸਮਾਜ 'ਚੋਂ ਆਇਆ ਹੈ, ਜਿਹੜੇ ਪਰਿਵਾਰ 'ਚੋਂ ਆਇਆ ਹੈ, ਜਿਹੜੇ ਘਰਾਣੇ 'ਚੋਂ ਆਇਆ ਹੈ, ਉਹ ਆਦਤਾਂ ਨਾਲ ਮਜ਼ਬੂਤ ਰਹਿੰਦੀਆਂ ਹਨ। ਤੋ ਆਦਤਾਂ ਦੇ ਕਰਕੇ ਮਨ ਚੱਲਦਾ ਹੈ। ਜੈਸੀ ਰਹਿਣ ਦੀ ਆਦਤ ਬਣ ਗਈ ਵੈਸਾ ਹੀ ਰਹਿਣਾ ਚਾਹੁੰਦਾ ਹੈ, ਜੈਸੀ ਖਾਣ ਦੀ ਆਦਤ ਬਣ ਗਈ ਵੈਸਾ ਹੀ ਖਾਣਾ ਚਾਹੁੰਦਾ ਹੈ। ਤੇ ਅਗਰ ਵੈਸਾ ਹੀ ਗੁਰੂ ਕੋਲ ਵੀ ਆਣ ਕੇ ਚਾਹੇਗਾ ਵੀ ਜੈਸੇ ਮੇਰੀ ਆਦਤ ਬਣੀ ਹੋਈ ਵੈਸਾ ਹੀ ਮੈਂ ਖਾਣਾ ਹੈ, ਵੈਸਾ ਹੀ ਰਹਿਣਾ ਹੈ, ਵੈਸਾ ਹੀ ਕਰਨਾ ਹੈ, ਫਿਰ ਤੂੰ ਆਪਣੇ ਮਨ ਦੇ ਪਿੱਛੇ ਹੀ ਚੱਲਦਾ ਰਹੇਗਾ ਨਾ। ਜਿਵੇਂ ਕਹਿੰਦੇ ਹਨ, ਇੱਕ ਫਕੀਰ ਕੋਲ ਸਮਰਾਟ ਕੋਲ ਇੱਕ ਫਕੀਰ ਚਲੇ ਗਿਆ। ਸਮਰਾਟ ਨੇ ਕੰਮ ਵਾਸਤੇ ਰੱਖਣਾ ਸੀ, ਚੰਗਾ ਲੱਗਾ ਬੰਦਾ, ਪਾ ਗਿਆ, ਕੋਲੇ ਬਿਠਾਇਆ, ਪੁੱਛਿਆ ਵੀ ਤੂੰ ਇੱਥੇ ਕੀ ਖਾਣਾ ਪਸੰਦ ਕਰੇਗਾ, ਵੀ ਹੁਣ ਇੱਥੇ ਕੰਮ ਕਰਨਾ ਹੈ ਤੂੰ, ਤੇ ਤੈਨੂੰ ਅਸੀਂ ਗੁਲਾਮ ਰੱਖ ਲਿਆ। ਉਹ ਕਹਿੰਦਾ ਗੁਲਾਮ ਦੀ ਕੀ ਮਰਜ਼ੀ, ਜੋ ਖਵਾਓ। ਕੀ ਨਾਂ ਹੈ ਤੇਰਾ? ਕਹਿੰਦਾ ਗੁਲਾਮ ਦਾ ਕੀ ਨਾਂ, ਜੋ ਨਾਂ ਬੁਲਾਓਗੇ ਤੁਸੀਂ। ਕਿਵੇਂ ਰਹਿਣਾ ਪਸੰਦ ਕਰੇਗਾ? ਕਹਿੰਦਾ ਗੁਲਾਮ ਦਾ ਕਾਹਦਾ ਰਹਿਣਾ, ਜਿੱਥੇ ਰੱਖੋਗੇ ਮਾਲਿਕ ਤੁਸੀਂ ਵੈਸੇ ਹੀ ਰਹੋ। ਬੈ ਖਰੀਦ ਲਾਲਾ ਗੋਲ, ਮੇਰਾ ਨਾਮ ਸੁਭਾ। ਉਸ ਸਮਰਾਟ ਕਹਿੰਦੇ ਪੈਰੀਂ ਢਹਿ ਪਿਆ, ਕਹਿੰਦੇ ਅੱਜ ਤੋਂ ਤੂੰ ਸਾਡੇ ਗੁਰੂ, ਤੁਸੀਂ ਬੈਠੋ ਸਿੰਘਾਸਨ ਤੇ ਮੈਨੂੰ ਬੈਠਣ ਦਿਓ ਕਦਮਾਂ ਵਿੱਚ। ਸਮਝ ਗਿਆ ਨਾ ਵੀ ਜਿਹਨੇ ਆਪਣੀ ਮਰਜ਼ੀ ਤਿਆਗਤੀ ਉਹ ਬਿਲਕੁਲ ਸੁਰਖਰੂ ਹੋ ਗਿਆ, ਉਹ ਨਿਸ਼ਚਿੰਤ ਹੋ ਗਿਆ। ਉਹਨੂੰ ਹੁਣ ਕਾਹਦੀ ਚਿੰਤਾ? ਜੋ ਗੁਰੂ ਦੇਵੇ ਸਵੀਕਾਰ ਹੈ, ਜੋ ਖਾਣ ਨੂੰ ਦੇਵੇ ਸਵੀਕਾਰ ਹੈ, ਜਿਵੇਂ ਰਹਿਣ ਨੂੰ ਦੇਵੇ ਸਵੀਕਾਰ ਹੈ। ਸਭ ਕੁਝ ਅਗਰ ਸਵੀਕਾਰ ਹੋ ਗਿਆ ਤਾਂ ਸਮੱਸਿਆ ਕਿੱਥੇ ਰਹਿ ਗਈ? ਫਿਰ ਮਨ ਵੀ ਨਹੀਂ ਰਹਿ ਗਿਆ। ਜਦੋਂ ਸਭ ਕੁਝ ਸਵੀਕਾਰ ਹੋ ਜਾਂਦਾ ਨਾ, ਫਿਰ ਮਨ ਨਹੀਂ ਰਹਿ ਜਾਂਦਾ। ਜਦੋਂ ਕੁਛ ਅਸਵੀਕਾਰ ਹੁੰਦਾ ਹੈ ਤਾਂ ਮਨ ਚੱਲਦਾ ਹੈ। ਤੇ ਅਸਵੀਕਾਰ ਹੈ ਉਹ ਛੱਡਣਾ ਹੈ। ਉਹ ਹੀ ਪੜਦਾ ਹੈ,
ਉਹ ਹੀ ਤੋੜਨਾ ਹੈ ਉੱਤੋਂ। ਜੋ ਆਦਤਾਂ ਬਣ ਗਈਆਂ, ਜੋ ਚਾਹਤਾਂ ਬਣ ਗਈਆਂ, ਜਿਵੇਂ ਸੰਸਾਰ ਦੇ ਵਿੱਚ ਇੱਛਾਵਾਂ ਸੰਸਾਰਾਂ ਨੇ ਸਿਖਾ ਦਿੱਤੀਆਂ, ਜੋ ਵੀ ਸੰਸਾਰ ਨੇ ਸਿਖਾਇਆ ਹੈ ਉਹ ਸਾਰਾ ਕੁਛ ਹੀ ਉੱਤੋਂ ਲਾ ਦੇਣਾ ਹੈ। ਸਮਾਜ ਨੇ ਸਿਖਾਇਆ ਉਹ ਵੀ ਲਾ ਦੇਣਾ ਹੈ, ਧਰਮ ਨੇ ਸਿਖਾਇਆ ਉਹ ਵੀ ਲਾ ਦੇਣਾ। ਬਹੁਤ ਹੰਕਾਰ ਦੀਆਂ ਪਰਤਾਂ। ਫਿਰ ਤੁਹਾਡੀ ਆਪਣੀ ਪਰਤ ਹੈ ਇੱਕ, ਜੋ ਵਾਸ਼ਨਾ ਕਾਮਨਾ ਦੁਆਰਾ ਪੈਦਾ ਹੋਈ, ਚਾਹਤ ਦੁਆਰਾ। ਫਿਰ ਹੋਰ ਪਰਤਾਂ ਹਨ ਜੋ ਸਮਝ ਦੀ ਪਰਤ ਹੈ, ਗਿਆਨ ਦੀ ਪਰਤ ਹੈ, ਸੂਖਸ਼ਮ ਤੋਂ ਸੂਖਸ਼ਮ ਹਨ ਪਰਤ। ਬਹੁਤ ਪਰਤਾਂ ਤੇ ਪਰਤ ਦਰ ਪਰਤ ਉੱਤੋਂ ਲੈਂਦੀ ਹੈ। ਪਹਿਲਾਂ ਠੋਸ ਪਰਤਾਂ ਜਿਹੜੀਆਂ ਬਾਹਰ ਦਿਖਦੀਆਂ ਹਨ ਤੁਹਾਨੂੰ, ਉਹਨਾਂ ਨੂੰ ਕਿਹਾ ਜਾਂਦਾ ਹੈ ਛੱਡੋ। ਜਿਹੜੀਆਂ ਬਾਹਰ ਨਜ਼ਰ ਆਉਂਦੀਆਂ, ਬਾਹਰ ਹੰਕਾਰ ਕਈਆਂ ਦਾ ਨਜ਼ਰ ਆਉਂਦਾ ਹੈ ਨਾ, ਤੇ ਕਈਆਂ ਦਾ ਬਾਹਰ ਨਹੀਂ ਨਜ਼ਰ ਆਉਂਦਾ ਹੈ, ਉਹ ਅੰਦਰ ਹੁੰਦਾ ਹੈ। ਉਹਨੂੰ ਫਿਰ ਜਿਹੜੇ ਅੰਦਰ ਗਏ ਹੁੰਦੇ ਹਨ ਉਹ ਜਾਣਦੇ, ਉਹ ਕਹਿੰਦੇ ਹਨ ਵੀ ਇਹ ਵੀ ਛੱਡਣਾ ਹੈ, ਹੋਰ ਗਹਿਰਾਈ 'ਚ ਜਾਣਾ ਹੈ। ਹੋਰ ਗਹਿਰਾਈ 'ਚ ਦੇਖੋ, ਹੋਰ ਹੰਕਾਰ ਹੈ, ਹੋਰ ਪਰਤ ਹੈ। ਇਹਦਾ ਪਰਤ ਦਰ ਪਰਤ ਉਗੇੜਦੇ ਜਾਣਾ, ਛੁੱਟਦੇ ਜਾਣਾ, ਬਾਹਰ ਤੋੜਦੇ ਜਾਣਾ। ਸਫਾਈ ਹੋ ਜਾਊਗੀ। ਜਦੋਂ ਟੋਟਲ ਸਫਾਈ ਹੋਊਗੀ ਤੇ ਅੰਦਰ ਤੁਹਾਨੂੰ ਪਤਾ ਲੱਗੇਗਾ ਉਸ ਹੀਰੇ 'ਚ ਚਮਕਦਾ। ਜਦੋਂ ਤੁਸੀਂ ਲਾਗੇ ਵੀ ਚਲੇ ਗਏ, ਥੋੜ੍ਹੀ ਜਿਹੀ ਸਫਾਈ ਹੋਊਗੀ, ਥੋੜ੍ਹੇ ਜਿਹੇ ਸਵੱਛ ਹੋ ਗਏ, ਤਾਂ ਵੀ ਥੋੜ੍ਹੇ ਜਿਹੇ ਚਮਕਣ ਲੱਗ ਜਾਣਾ। ਖਾਲਸ ਹੋਣਾ ਸ਼ੁਰੂ ਹੋ ਗਏ ਨਾ, ਸ਼ੁੱਧ ਹੋਣਾ ਸ਼ੁਰੂ, ਇਹੋ ਹੀ ਸ਼ੁੱਧ ਹੋਣਾ। ਤੇ ਬਾਹਰ ਜੋ ਵੀ ਸਿਖਾਇਆ ਹੈ, ਜੋ ਵੀ ਪੜ੍ਹਾਇਆ ਹੈ, ਜੋ ਵੀ ਰਟਾਇਆ ਹੈ, ਇਹ ਸਭ ਝੂਠ ਹੈ। ਇਹੋ ਹੀ ਸੰਸਾਰ ਹੈ। ਜੋ ਤੁਸੀਂ ਸਮਝ ਲਿਆ ਹੈ ਉਹ ਸੰਸਾਰ ਹੈ। ਜੋ ਦਿਖ ਰਿਹਾ ਹੈ ਇਹਨੂੰ ਨਹੀਂ ਛੱਡਣਾ ਹੈ। ਖਿਆਲ ਵਿੱਚ ਰੱਖਿਓ, ਜੋ ਤੁਸੀਂ ਸਮਝ ਲਿਆ ਹੈ ਉਹਨੂੰ ਛੱਡਣਾ ਹੈ। ਇਸ ਕਰਕੇ ਮੈਂ ਕਹਿੰਦਾ ਸਮਝਦਾਰੀ ਛੱਡਣੀ। ਤਿਆਗੋ ਮਨ ਕੀ ਮਤੜੀ, ਬਥਾਰੇ ਦੂਜਾ ਪਾਓ ਜੀ, ਪਾਓ ਜੀ, ਪਾਓ ਜੀ।